ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ, ਜਿਸ ਵਿੱਚ ਦੋਸਤੋ ਅਸੀਂ ਤੁਹਾਨੂੰ ਪੀਰਾਂ ਫਕੀਰਾਂ ਦੇ ਕਲਮੇ, ਉਹਨਾਂ ਦੀ ਵਿਧੀ, ਉਹਨਾਂ ਦਾ ਜਾਪ ਦੱਸਾਂਗੇ। ਦੋਸਤੋ, ਸਾਡੇ ਵੱਲੋਂ ਦੱਸੇ ਗਏ ਪੀਰੀ ਫਕੀਰੀ ਨੂਰ ਚੈਨਲ ਵਿੱਚ ਜੋ ਕਲਮੇ, ਪੀਰਾਂ ਦੀ ਅਰਦਾਸ, ਦੁਆ ਤੁਸੀਂ ਨਾ ਤਾਂ ਪਹਿਲਾਂ ਕਿਤੇ ਸੁਣੀ ਹੋਵੇਗੀ। ਸੋ ਇਹ ਸਭ ਚੀਜ਼ਾਂ ਕਿਸੇ ਕਾਮਲ ਮੁਰਸ਼ਦ ਕੋਲੋਂ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸੋ ਜੋ ਅੱਜ ਅਸੀਂ ਕਲਮਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਉਸ ਦਾ ਨਾਮ ਹੈ ਫੈਜ਼-ਏ-ਦੁਆ। 11ਵੀਂ ਵਾਲੀ ਸੱਚੀ ਸਰਕਾਰ ਦੀ ਫੈਜ਼-ਏ-ਦੁਆ। ਗੌਸ ਪਾਕ ਸਰਕਾਰ ਅਬਦੁਲ ਕਾਦਰ ਸ਼ਾਹ ਜਿਲਾਨੀ, ਪੀਰਾਂ ਦੇ ਪੀਰ, ਵਲੀਆਂ ਦੇ ਵਲੀ, ਬਹੁਤ ਵੱਡੀ ਪਾਵਰ ਹਨ, ਬਹੁਤ ਵੱਡਾ ਰੁਤਬਾ ਹੈ ਉਹਨਾਂ ਦਾ। ਤੁਸੀਂ ਉਹਨਾਂ ਬਾਰੇ ਸਾਰੇ ਜਾਣਦੇ ਹੀ ਹੋਵੋਗੇ ਕਿ ਉਹਨਾਂ ਨੂੰ ਮਹਿਬੂਬ ਇਲਾਹੀ ਦਾ ਜੋ ਕਲਬ ਹੈ ਉਹ ਮਿਲਿਆ ਹੈ, ਉਹ ਰੁਤਬਾ ਹਾਸਲ ਹੋਇਆ ਹੈ। ਮਹਿਬੂਬ ਇਲਾਹੀ ਦਾ ਮਤਲਬ ਕਿ ਪਰਮਾਤਮਾ ਦਾ ਪਿਆਰਾ, ਜੋ ਕਿ ਉਹਨਾਂ ਦੀ ਕਹੀ ਹੋਈ ਗੱਲ ਰੱਬ ਵੀ ਮੋੜਦਾ ਨਹੀਂ ਸੀ। ਔਰ ਅੱਜ ਤੁਹਾਨੂੰ ਉਹਨਾਂ ਦੇ ਇਹ ਕਲਮੇ ਫੈਜ਼-ਏ-ਦੁਆ ਨੂੰ ਅਸੀਂ ਦੱਸਣ ਜਾ ਰਹੇ ਹਾਂ। ਜੇਕਰ ਤੁਹਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੇ ਅਸਰਾਹ ਹਨ ਜਾਂ ਕੀਤਾ ਕਰਾਇਆ ਹੈ, ਕਿਸੇ ਤਰ੍ਹਾਂ ਦੀ ਲੜਾਈ ਝਗੜਾ ਰਹਿੰਦਾ ਹੈ, ਗਰੀਬੀ ਰਹਿੰਦੀ ਹੈ, ਕੰਗਾਲੀ ਰਹਿੰਦੀ ਹੈ, ਸੋ ਤੁਸੀਂ ਕਈ ਕੁਛ ਅਜ਼ਮਾ ਕੇ ਦੇਖ ਲਿਆ, ਸੋ ਠੀਕ ਨਹੀਂ ਹੋ ਰਿਹਾ, ਤੁਹਾਡੇ ਘਰ ਦੇ ਹਾਲਾਤ ਠੀਕ ਨਹੀਂ ਹਨ, ਤਾਂ ਤੁਸੀਂ 11ਵੀਂ ਵਾਲੀ ਸੱਚੀ ਸਰਕਾਰ ਦਾ ਇਹ ਕਲਮਾ ਫੈਜ਼-ਏ-ਦੁਆ ਪੜ੍ਹੋ ਅਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ। ਸੋ ਕਲਮਾ ਇਸ ਤਰ੍ਹਾਂ ਹੈ, ਬਿਸਮਿल्ला या गौसल आज़म पीर नू सलाम, या गौस पाक पीर आजो हो के घोड़ी ते सवार, हल करो मेरियां मुश्किलां हज़ार। तुसी 11 नाम दे वाली हो, पीरां दे पीर हो, रूड़ी माता दा डुब्बा बेड़ा तारिया, तुसी चोरां तो कुतब बनाए, महबूब इलाही दे कलब तुहाडे हिस्से आए। खो के रूहां फरिश्तियां तो मुर्दे जिंदा कर दिखलाए, रब दी लिखी नू मोड़ देवे, तुसी कई उजड़े बाग वसाए, बे औलाद मावां दियां झोलियां विच तुसी लाल पाए। तुसी पीरां दे पीर हो, ख्वाजा साहब पीर रहन तुहाडे नाल, तुहाडी महफल विच उंदे हर रोज़ पीर हज़ार। तुहाडे नाना मुहम्मद साहब सदका मिलिया रुतबा खास निराला, 5 पीर ख्वाजा साहिब सखी सरवर लखां दा दाता, हज़रत अली चलन तुहाडे नाल। या गौस पाक मेरे पीर, जिस वल तू नज़र मारे उसनू करें फकीर, सच्चा कोल इलाही दा। या गौस पाक पीरा औखे वेले तेनू पुकारा, मैनू हैन मुसीबतां हज़ारां, करम करो सरकार, खत्म करो भूत प्रेत कीता कराया, खत्म करो मुसीबत हज़ारां। खत्म करो गरीबी, खत्म करो घर विच कला कलेश, बख्शो खजानी अमीरी दे, बख्शो घर विच बरकतां, बख्शो घर विच तंदरुस्ती। खत्म करो भूत प्रेत कीता कराया, खत्म करो मुसीबत हज़ारां। एक कणी मैनू नूर दी बख्शी, बख्शी फैज़ हज़ारां। बचन पीरां नाल हथ जोड़ के करां बेनती, बोड़ या गौस पाक अब्दुल कादर शाह जिलानी, बच्चा तेरा सिमरदा बोहड़ पिड़ी मैदानी। वास्ता हसन हुसैन दा, वास्ता शेरे खुदा अली दा, घोड़े ते पैर तद धरो,
मकसद मेरा हल करो, हजरत रूह दरम्यान करो। सखी दा दिल शेर करो, तुसी अल्लाह के वली बड़े हक हो। या गौस पाक पीरा, ला इलाहा इल्लल्लाह मुहम्मद पाक रसूल अल्लाह। सो दोस्तों, कलमा एक बारी फैज़ दुआ फिर दोबारा सुन लवो। बिस्मिल्लाह। या गौसले आज़म पीर नू सलाम, या गौस पाक आजो हो के घोड़ी ते सवार, हल करो मेरियां मुश्किलां हज़ार। तुसी 11 नाम दे वाली हो, पीरां दे पीर हो, रूड़ी माता दा डुब्बा बेड़ा तारिया। तुसी चोरां तो कुतब बनाए, महबूब इलाही दे कल्ब तुहाडे हिस्से आए। खोके रूहां फरिश्तियां तो मुर्दे जिंदा कर दिखलाए, रब दी लिखी नू मोड़ देवे। तुसी कई उजड़े बाग वसाए, बेऔलाद मावां दियां झोलियां विच तुसी लाल पाए। तुसी पीरां दे पीर हो, खवाया साहब पीर रहण तुहाडे नाल। ਤੁਹਾਡੀ ਮਹਿਫਲ ਵਿੱਚ ਆਉਂਦੇ ਹਰ ਰੋਜ਼ ਪੀਰ ਹਜ਼ਾਰ। ਤੁਹਾਡੇ ਨਾਨਾ ਮੁਹੰਮਦ ਸਾਹਿਬ ਸਦਕਾ ਮਿਲਿਆ ਰੁਤਬਾ ਖਾਸ ਨਿਰਾਲਾ। 5 ਪੀਰ ਖਵਾਇਆ ਸਾਹਿਬ ਸਖੀ ਸਰਵਰ, ਲੱਖਾਂ ਦਾ ਦਾਤਾ ਹਜ਼ਰਤ ਅਲੀ ਚੱਲਣ ਤੁਹਾਡੇ ਨਾਲ। ਯਾ ਗੌਸ ਪਾਕ ਮੇਰੇ ਪੀਰ, ਜਿਸ ਵੱਲ ਤੂੰ ਨਜ਼ਰ ਮਾਰੇ ਉਸ ਨੂੰ ਕਰੇ ਫਕੀਰ, ਸੱਚਾ ਕੋਲ ਇਲਾਹੀ ਦਾ। ਯਾ ਗੌਸ ਪਾਕ ਪੀਰਾ, ਔਖੇ ਵੇਲੇ ਤੈਨੂੰ ਪੁਕਾਰਾਂ, ਮੈਨੂੰ ਹੈਨ ਮੁਸੀਬਤਾਂ ਹਜ਼ਾਰਾਂ। ਕਰਮ ਕਰੋ ਸਰਕਾਰ, ਖਤਮ ਕਰੋ ਭੂਤ ਪ੍ਰੇਤ, ਖਤਮ ਕਰੋ ਕੀਤਾ ਕਰਾਇਆ, ਖਤਮ ਕਰੋ ਮੁਸੀਬਤਾਂ ਹਜ਼ਾਰ। ਖਤਮ ਕਰੋ ਗਰੀਬੀ, ਖਤਮ ਕਰੋ ਘਰ ਵਿੱਚ ਕਲਾ ਕਲੇਸ਼। ਬਖਸ਼ੋ ਖਜ਼ਾਨੇ ਅਮੀਰੀ ਦੇ, ਬਖਸ਼ੋ ਘਰ ਵਿੱਚ ਬਰਕਤਾਂ, ਬਖਸ਼ੋ ਘਰ ਵਿੱਚ ਤੰਦਰੁਸਤੀ। ਇੱਕ ਕਣੀ ਮੈਨੂੰ ਨੂਰ ਦੀ ਬਖਸ਼ੀ, ਬਖਸ਼ੀ ਫੈਜ਼ ਹਜ਼ਾਰਾਂ। ਬਚਨ ਪੀਰਾਂ ਨਾਲ ਹੱਥ ਜੋੜ ਕੇ ਕਰਾਂ ਬੇਨਤੀ, ਬੋੜ ਯਾ ਗੌਸ ਪਾਕ ਅਬਦੁਲ ਕਾਦਰ ਸ਼ਾਹੇ ਜਿਲਾਨੀ। ਬੱਚਾ ਤੇਰਾ ਸਿਮਰਦਾ ਬੋੜ ਪੀੜੀ ਮੈਦਾਨੀ, ਵਾਸਤਾ ਹਸਨ ਹੁਸੈਨ ਦਾ, ਵਾਸਤਾ ਸ਼ੇਰੇ ਖੁਦਾ ਅਲੀ ਦਾ। ਘੋੜੇ ਤੇ ਪੈਰ ਤਦ ਧਰੋ, ਮਕਸਦ ਮੇਰਾ ਹੱਲ ਕਰੋ, ਹਜ਼ਰਤ ਰੂਹ ਦਰਮਿਆਨ ਕਰੋ। ਸਖੀ ਦਾ ਦਿਲ ਸ਼ੇਰ ਕਰੋ, ਤੁਸੀਂ ਅੱਲਾ ਕੇ ਵਲੀ ਬੜੇ ਹੱਕ ਹੋ। ਯਾ ਗੌਸਲੇ ਆਜ਼ਮ ਪੀਰ, ਯਾ ਗੌਸ ਪਾਕ ਪੀਰਾ, ਲਾ ਇਲਾਹਾ ਇल्लल्लाह ਮੁਹੰਮਦ ਪਾਕ ਰਸੂਲ ਅੱਲਾਹ। ਪਿਆਰੇ ਦੋਸਤੋ, ਇਹ ਫੈਜ਼ ਦੁਆ 11ਵੀਂ ਵਾਲੀ ਸੱਚੀ ਸਰਕਾਰ ਦੀ, ਜੋ ਕਿ ਤੁਹਾਨੂੰ 2 ਵਾਰੀ ਸੁਣਾ ਦਿੱਤੀ ਹੈ। ਇੱਕ ਵਾਰੀ ਹੌਲੀ ਔਰ ਇੱਕ ਵਾਰੀ ਚੰਗੀ ਤਰ੍ਹਾਂ ਸਪੀਡ ਵਿੱਚ। ਔਰ ਦੋਸਤੋ, ਜੇਕਰ ਫਿਰ ਵੀ ਤੁਹਾਨੂੰ ਸਮਝ ਨਾ ਲੱਗੇ ਤਾਂ ਤੁਸੀਂ ਕਮੈਂਟ ਵਿੱਚ ਸਾਨੂੰ ਦੱਸ ਸਕਦੇ ਹੋ। ਔਰ ਇਸ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਕਿ ਸਮਝ ਨਾ ਆਈ ਹੋਵੇ, ਕਿਉਂਕਿ ਪੰਜਾਬੀ ਵਿੱਚ ਹੈ ਇਹ ਫੈਜ਼ ਦੁਆ ਔਰ ਹਰ ਆਦਮੀ ਇਸ ਨੂੰ ਸਮਝ ਸਕਦਾ ਹੈ, ਸੁਣ ਸਕਦਾ ਹੈ। ਸੋ ਦੋਸਤੋ, ਇਸ ਨੂੰ ਪੜ੍ਹ ਕੇ ਤੁਸੀਂ ਇੱਕ ਬਹੁਤ ਬੜਾ ਮੁਕਾਮ ਹਾਸਲ ਕਰ ਸਕਦੇ ਹੋ। ਜੋ ਵੀ ਕਲਮੇ ਵਿੱਚ ਫੈਜ਼ ਦੁਆ ਵਿੱਚ ਜਿੰਨੇ ਵੀ ਪੀਰਾਂ ਦੇ ਨਾਮ ਹੁੰਦੇ ਹਨ, ਉਹ ਤੁਹਾਡੇ ਨਾਲ ਚੱਲਦੇ ਹਨ, 11ਵੀਂ ਵਾਲੀ ਸੱਚੀ ਸਰਕਾਰ ਨਾਲ ਚੱਲਦੇ ਹਨ। ਇਹ ਉਹਨਾਂ ਦਾ ਜੋ ਫੈਜ਼ ਦੁਆ ਹੈ, ਦੁਆ ਮੰਗਣ ਦਾ ਤਰੀਕਾ ਹੈ ਔਰ ਇੱਕ ਕਲਮਾ ਹੈ। ਇਸ ਵਿੱਚ ਜੋ ਕਿ ਇਹ ਕਲਮਾ ਜਦੋਂ ਬਣਦਾ ਹੈ, ਜਦੋਂ ਕੋਈ ਫਕੀਰ ਇਹਨਾਂ ਨੂੰ ਬਣਾਉਂਦਾ ਹੈ, ਤਾਂ ਇਸ ਵਿੱਚ ਸ਼ਰਤਾਂ ਹੁੰਦੀਆਂ ਹਨ ਔਰ ਉਹ ਅਸਰ ਹੁੰਦਾ ਹੈ ਇਸ ਵਿੱਚ। ਜਿੰਨਾ ਤੁਸੀਂ ਜ਼ਿਆਦਾ ਪੜ੍ਹੋਗੇ ਓਨਾ ਹੀ ਤੁਹਾਡੀ ਜੋ ਇਸ ਕਲਮੇ ਨੂੰ ਤੁਸੀਂ ਆਪਣੇ ਮੂੰਹ ਵਿੱਚ ਆਪਣੀ ਜ਼ੁਬਾਨ ਰਾਹੀਂ ਜਿੰਨਾ ਜ਼ਿਆਦਾ ਪੜ੍ਹੋਗੇ, ਉਨੀ ਜ਼ਿਆਦਾ ਜੋ ਤਾਸੀਰ ਹੈ, ਜੋ ਨੂਰ ਹੈ, ਵਧਣਾ ਸ਼ੁਰੂ ਹੋ ਜਾਵੇਗਾ। ਔਰ ਦੋਸਤੋ, ਇਸ ਨੂੰ ਪੜ੍ਹਨ ਦੇ ਕੁਛ ਢੰਗ ਹਨ। ਦੋਸਤੋ, ਜੇਕਰ ਤੁਸੀਂ ਇਸ ਨੂੰ ਨੋਰਮਲ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ 11 ਵਾਰੀ ਪੜ੍ਹ ਸਕਦੇ ਹੋ, 21 ਵਾਰੀ ਪੜ੍ਹ ਸਕਦੇ ਹੋ। ਔਰ ਜੇਕਰ ਤੁਸੀਂ ਇਸ ਨੂੰ ਯਾਦ ਕਰ ਲਵੋ, ਕੰਠ ਕਰ ਲਵੋ ਤਾਂ ਬਹੁਤ ਵਧੀਆ ਹੈ। ਔਰ ਜੇਕਰ ਤੁਸੀਂ ਇਸ ਵਿੱਚ ਮਹਾਰਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਘੱਟੋ ਘੱਟ 41 ਵਾਰ ਪੜ੍ਹੋ। 41 ਵਾਰ ਪੜ੍ਹਨ ਨਾਲ ਤੁਹਾਡੀ ਜ਼ੁਬਾਨ ਵਿੱਚ ਜੋ ਤਾਸੀਰ ਪੈਦਾ ਹੋ ਜਾਵੇਗੀ, ਇਸ ਕਲਮੇ ਦੀ ਤਾਸੀਰ ਪੈਦਾ ਹੋ ਜਾਵੇਗੀ, ਉਸ ਦਾ ਅਸਰ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ। ਜਦੋਂ ਤੁਸੀਂ ਇਸ ਨੂੰ ਪੜ੍ਹਨਾ ਸ਼ੁਰੂ ਕਰ ਦੇਵੋਗੇ ਤਾਂ ਇਸ ਦਾ ਜੋ ਅਸਰ ਹੈ ਤੁਹਾਨੂੰ ਕੁਛ ਹੀ ਦਿਨਾਂ ਦੇ ਵਿੱਚ ਦਿਖਾਈ ਦੇਣ ਲੱਗ ਜਾਵੇਗਾ। ਔਰ ਸਰਕਾਰ ਜੋ ਗੌਸ ਪਾਕ ਜੀ ਨਾਲ ਪਿਆਰ ਕਰਦੇ ਹਨ, ਸੋ ਇਸ ਨੂੰ ਪੜ੍ਹਨ ਤੋਂ ਪਹਿਲਾਂ 101 ਵਾਰੀ ਜਾਂ 5 ਮਿੰਟ ਜਾਂ 10 ਮਿੰਟ ਯਾ ਗੌਸ ਪਾਕ, ਯਾ ਗੌਸ ਪਾਕ, ਯਾ ਗੌਸ ਪਾਕ
ਇਸ ਸ਼ਬਦ ਨੂੰ ਜਾਂ ਗੋਸ ਪਾਕ ਇਸ ਸ਼ਬਦ ਨੂੰ 101 ਵਾਰੀ ਪੜ੍ਹ ਸਕਦੇ ਹੋ, 5 ਵਾਰੀ 5 ਮਿੰਟ 10 ਮਿੰਟ ਪੜ੍ਹ ਸਕਦੇ ਹੋ। ਸੋ ਇਸ ਕਲਮੇ ਨੂੰ ਪੜ੍ਹਨ ਤੋਂ ਪਹਿਲਾਂ ਜਾਂ ਗੋਸ ਭਾਗ ਦਾ ਬਿਰਧ ਕਰੋ। ਉਸ ਨਾਲ ਇਹ ਹੋਵੇਗਾ ਕਿ ਉਸ ਸਰਕਾਰ ਨੂੰ ਜਦੋਂ ਤੁਸੀਂ ਉਸ ਦਾ ਕਲਮਾ ਪੜ੍ਹੋਗੇ ਪਤਾ ਤਾਂ ਉਸ ਨੂੰ ਲੱਗ ਹੀ ਜਾਏਗਾ ਕਿ ਕੋਈ ਸਾਨੂੰ ਪੁਕਾਰ ਰਿਹਾ ਹੈ। ਪਰ ਜੋ ਕਲਮਾ ਪੜ੍ਹਨ ਤੋਂ ਪਹਿਲਾਂ ਤੁਸੀਂ 5 ਮਿੰਟ ਜਾਂ 101 ਵਾਰੀ 102 ਵਾਰੀ, ਉਹ ਤੁਹਾਡੀ ਮਰਜ਼ੀ ਹੈ, ਜਿੰਨਾ ਜ਼ਿਆਦਾ ਤੁਸੀਂ ਜਾਂ ਗੋਸ ਪਾਕ ਦਾ ਬਿਰਧ ਕਰੋਗੇ ਉਹ ਜੋ ਨੂਰ ਹੈ, ਉਹ ਪਾਵਰ ਹੈ, ਉਹ ਵੀ ਇਸ ਨਾਲ ਜੁੜ ਜਾਵੇਗੀ ਔਰ ਤੁਹਾਨੂੰ ਇਸ ਦਾ ਦੁੱਗਣਾ ਫਾਇਦਾ ਹੋਵੇਗਾ। ਔਰ ਇਸ ਨੂੰ ਕਿਸੇ ਵੀ ਦਿਨ ਤੁਸੀਂ ਪੜ੍ਹਨਾ ਸ਼ੁਰੂ ਕਰ ਸਕਦੇ ਹੋ। ਜੇਕਰ ਦੋਸਤੋ ਤੁਸੀਂ ਇਸ ਨੂੰ ਵੀਰਵਾਰ ਨੂੰ ਪੜ੍ਹਨਾ ਸ਼ੁਰੂ ਕਰੋਗੇ ਤਾਂ ਜ਼ਿਆਦਾ ਵਧੀਆ ਹੈ। 41 ਦਿਨ ਕੋਈ ਵੀ ਸ਼ਬਦ ਹੈ ਉਸ ਦੀ ਸਿੱਧੀ ਪੈਦਾ ਕਰਨ ਲਈ, ਉਸ ਦਾ ਅਸਰ ਪੈਦਾ ਕਰਨ ਲਈ, ਸੋ 41 ਦਿਨ ਸਵਾ ਮਹੀਨਾ ਇਸ ਨੂੰ ਪੜ੍ਹਨਾ ਪੈਂਦਾ ਹੈ। ਔਰ ਤੁਸੀਂ ਸਾਰੀ ਉਮਰ ਵੀ ਇਸ ਨੂੰ ਪੜ੍ਹ ਸਕਦੇ ਹੋ। ਜਿੰਨਾ ਤੁਸੀਂ ਜ਼ਿਆਦਾ ਪੜ੍ਹੋਗੇ ਓਨਾ ਹੀ ਜ਼ਿਆਦਾ ਤੁਹਾਨੂੰ ਅਸਰ ਇਸ ਦਾ ਦੇਖਣ ਨੂੰ ਮਿਲੇਗਾ। ਸੋ ਦੋਸਤੋ ਇਸ ਵਿੱਚ ਜੋ ਪ੍ਰਸ਼ਾਦ ਹੈ ਤੁਸੀਂ ਨਿਆਜ਼ ਬਣਾ ਸਕਦੇ ਹੋ, ਕਿਉਂਕਿ ਜੋ ਨਿਆਜ਼ ਹੈ ਇਹ 11ਵੀਂ ਵਾਲੀ ਸਰਕਾਰ ਔਰ ਜੋ ਪਿੱਛੇ ਹਸਤੀਆਂ ਹੋਈਆਂ ਹਨ ਉਹਨਾਂ ਦੇ ਨਾਮ ਦੀ ਹੁੰਦੀ ਹੈ। ਉਸ ਪਾਕ ਸਰਕਾਰ ਦੇ ਨਾਮ ਤੋਂ ਇਹ ਚੱਲੀ ਹੈ 11ਵੀਂ, ਜਿਸ ਵਿੱਚ ਨਿਆਜ਼ ਬਣਾਈ ਜਾਂਦੀ ਹੈ। ਸੋ ਤੁਸੀਂ ਨਿਆਜ਼ ਰੱਖ ਸਕਦੇ ਹੋ ਕੋਲ। 5 ਵੀਰਵਾਰ ਜਦੋਂ ਤੁਸੀਂ ਬੈਠਣਾ ਹੈ ਇਸ ਨੂੰ ਪੜ੍ਹਨ ਲਈ ਤਾਂ ਤੁਸੀਂ ਆਪਣੇ ਕੋਲ ਰੱਖ ਲਵੋ ਨਿਆਜ਼ ਔਰ ਗੋਸ ਪਾਕ ਸਰਕਾਰ ਨੂੰ ਯਾਦ ਕਰਕੇ ਜਾਂ ਮੀਰਾ ਜਾਂ ਗੋਸ ਪਾਕ ਜਾਂ ਗੋਸ ਪਾਕ ਜਾਂ ਗੋਸ ਪਾਕ ਦਾ ਉਸ ਸ਼ਬਦ ਦਾ ਤੁਸੀਂ ਬਿਰਧ ਕਰ ਸਕਦੇ ਹੋ ਔਰ ਉਹਨਾਂ ਨੂੰ ਯਾਦ ਕਰ ਸਕਦੇ ਹੋ ਔਰ ਦੁਆ ਕਰ ਸਕਦੇ ਹੋ ਕਿ ਅਸੀਂ ਜੋ ਇਹ ਕਲਮਾ ਫੈਜ਼ ਹੈ ਦੁਆ ਪੜ੍ਹ ਰਹੇ ਹਾਂ ਇਸ ਵਿੱਚ ਸਾਨੂੰ ਸ਼ਕਤੀ ਦਿਓ, ਇਸ ਦਾ ਅਸਰ ਸਾਡੇ 'ਤੇ ਹੋਵੇ ਔਰ ਇਹ ਕਲਮਾ ਸਾਡੀ ਜ਼ੁਬਾਨ 'ਤੇ ਅਸਰ ਪੈਦਾ ਕਰੇ ਔਰ ਜੋ ਨਿਆਜ਼ ਹੈ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਕਹੋ ਕਿ ਨਿਆਜ਼ ਮਨਜ਼ੂਰ ਕਰਨ। ਤੁਸੀਂ 5 ਵਾਰੀ ਜੋ ਨਿਆਜ਼ ਇਸ ਤਰ੍ਹਾਂ ਵੀਰਵਾਰ ਨੂੰ ਬਣਾ ਕੇ ਜਦੋਂ ਪਾਠ ਪੜ੍ਹਨਾ ਹੈ ਕੋਲ ਰੱਖ ਕੇ ਮਨਜ਼ੂਰ ਕਰਾਉਣੀ ਹੈ। ਬਾਅਦ ਵਿੱਚ ਜਦੋਂ ਤੁਸੀਂ ਪਾਠ ਪੜ੍ਹ ਕੇ ਉੱਠਣਾ ਹੈ ਤਾਂ ਤੁਸੀਂ ਪੰਛੀਆਂ ਨੂੰ, ਜਾਨਵਰਾਂ ਨੂੰ ਪਾ ਸਕਦੇ ਹੋ, ਆਪ ਖਾ ਸਕਦੇ ਹੋ ਅਤੇ ਵੰਡ ਵੀ ਸਕਦੇ ਹੋ। ਔਰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਵੀ ਦਰਬਾਰ ਵਿੱਚ ਜਾ ਕੇ ਤੁਸੀਂ ਇੱਕ ਪੀਰਾਂ ਦੀ ਚਾਦਰ ਲੈ ਸਕਦੇ ਹੋ ਹਰੇ ਰੰਗ ਦੀ, ਜੋ ਕਿ ਹੁੰਦੀ ਹੈ, ਔਰ 5 ਫੁੱਲ 5 ਅਗਰਬੱਤੀਆਂ ਉਸ ਦਰਬਾਰ 'ਤੇ ਕਿਸੇ ਵੀ ਦਰਬਾਰ 'ਤੇ ਤੁਸੀਂ ਜੋ ਤੁਹਾਡੇ ਲਾਗੇ ਹੈ ਪੀਰਾਂ ਦਾ ਦਰਬਾਰ ਉਸ ਵਿੱਚ ਲੈ ਜਾ ਕੇ ਉੱਥੇ ਦਰਬਾਰ 'ਤੇ ਚੜ੍ਹਾ ਸਕਦੇ ਹੋ ਔਰ ਉੱਥੇ ਦੁਆ ਕਰਨੀ ਹੈ ਉਸ ਪੀਰ ਅੱਗੇ 11ਵੀਂ ਵਾਲੀ ਸਰਕਾਰ ਨੂੰ ਯਾਦ ਕਰਕੇ ਉਸ ਰੋਜ਼ੇ ਅੱਗੇ, ਔਰ ਦੁਆ ਕਰਨੀ ਹੈ ਕਿ ਜੋ ਮੈਂ ਇਹ ਬਾਬਾ ਜੀ ਕਲਮਾ ਸ਼ੁਰੂ ਕਰਨ ਲੱਗਾ ਫੈਜ਼ ਦੁਆ, ਇਸ ਵਿੱਚ ਮੈਨੂੰ ਸ਼ਕਤੀ ਦਿਓ, ਮੈਨੂੰ ਹੌਸਲਾ ਦਿਓ, ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਪਾਰ ਲੰਘਾਂ ਇਸ ਵਿੱਚ ਔਰ ਮੈਨੂੰ ਕੋਈ ਮੁਸ਼ਕਿਲ ਪਰੇਸ਼ਾਨੀ ਨਾ ਆਵੇ। ਕਿਉਂਕਿ ਕਈ ਵਾਰੀ ਮੁਸ਼ਕਿਲ ਪਰੇਸ਼ਾਨੀਆਂ ਆਉਂਦੀਆਂ ਹਨ ਅਤੇ ਅਸੀਂ ਕਿਸੇ ਵਿਘਨ ਕਰਕੇ ਇਸ ਨੂੰ ਪੜ੍ਹਨਾ ਛੱਡ ਦਿੰਦੇ ਹਾਂ। ਸੋ 41 ਦਿਨ ਲਗਾਤਾਰ ਪੜ੍ਹਨਾ ਹੈ। ਜੇਕਰ ਤੁਸੀਂ ਉੱਦਾਂ ਖੁੱਲ੍ਹਾ ਪੜ੍ਹਨਾ ਹੈ ਤਾਂ ਉਹ ਵੀ ਪੜ੍ਹ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਪੜ੍ਹਨ ਦੇ ਕਈ ਤਰੀਕੇ ਹਨ ਔਰ ਤੁਸੀਂ ਉਸ ਦਰਬਾਰ 'ਤੇ ਅੱਗੇ ਦੁਆ ਕਰਨੀ ਹੈ ਪੀਰ ਅੱਗੇ ਕਿ ਸਾਨੂੰ ਸ਼ਕਤੀ ਦਿਓ, ਅਸੀਂ ਪੜ੍ਹਨ ਜਾ ਰਹੇ ਹਾਂ ਔਰ ਅਸੀਂ ਕਾਮਯਾਬ ਹੋਈਏ। ਔਰ ਉੱਥੇ ਪ੍ਰਸ਼ਾਦ ਤੁਸੀਂ ਨਿਆਜ਼ ਦਾ ਲੈ ਕੇ ਜਾਣਾ ਹੈ। ਨਿਆਜ਼ ਦਾ ਪ੍ਰਸ਼ਾਦ ਜਾਂ ਲੱਡੂਆਂ ਦਾ ਪ੍ਰਸ਼ਾਦ ਤੁਸੀਂ ਚੜ੍ਹਾ ਸਕਦੇ ਹੋ ਦਰਗਾਹ 'ਤੇ। ਔਰ ਫਿਰ ਇਸ ਨੂੰ ਦੋਸਤੋ ਤੁਸੀਂ ਸ਼ੁਰੂ ਕਰ ਸਕਦੇ ਹੋ ਘਰ ਵਿੱਚ, ਜਿੱਥੇ ਬੈਠ ਕੇ ਤੁਸੀਂ ਇਹ ਪਾਠ ਕਰਨਾ ਹੈ ਉਹ ਜਗ੍ਹਾ ਇਕਾਂਤ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨ ਨਾ ਕਰੇ। ਵੱਖਰਾ ਕਮਰਾ ਹੋਣਾ ਚਾਹੀਦਾ ਹੈ ਤਾਂ ਬਹੁਤ ਵਧੀਆ ਗੱਲ ਹੈ। ਵੱਖਰੇ ਕਮਰੇ ਵਿੱਚ ਜਿਸ ਨੂੰ ਤੁਸੀਂ ਘੱਟ ਵਰਤਦੇ ਹੋ ਉਸ ਵਿੱਚ ਧੂਫ ਦਿਖਾ ਸਕਦੇ ਹੋ, ਅਗਰਬੱਤੀਆਂ ਦਿਖਾ ਕੇ ਕਮਰੇ ਨੂੰ ਖੁਸ਼ਬੂਦਾਰ ਬਣਾ ਲਓ ਔਰ ਆਪਣੇ ਕੱਪੜਿਆਂ 'ਤੇ ਥੋੜ੍ਹਾ ਜਿਹਾ ਇਤਰ ਜਾਂ ਪਰਫਿਊਮ ਤੁਸੀਂ ਲਗਾ ਸਕਦੇ ਹੋ। ਔਰ ਕਿਉਂਕਿ ਜੋ ਇਹ ਸ਼ਕਤੀਆਂ ਹੁੰਦੀਆਂ ਹਨ ਇਹ ਖੁਸ਼ਬੂ ਨਾਲ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ। ਕਮਰੇ ਵਿੱਚ ਖੁਸ਼ਬੂਦਾਰ ਕਮਰਾ ਬਣਾ ਕੇ ਸੋ ਉਸ ਵਿੱਚ 1 ਗਲਾਸ ਪਾਣੀ ਦਾ ਲਓ, ਉਸ ਨੂੰ ਹੱਥ ਵਿੱਚ ਫੜ ਕੇ ਜਾਂ ਗੋਸ ਪਾਕ ਜਾਂ ਗੋਸ ਪਾਕ ਜਾਂ ਗੋਸ ਪਾਕ ਸ਼ਬਦ ਦਾ ਬਿਰਧ ਕਰਕੇ ਉਸ ਦੇ ਅੰਦਰ, ਉਸ ਕਮਰੇ ਦੇ ਅੰਦਰ ਤੁਸੀਂ ਪਾਣੀ ਦਾ ਛਿੱਟਾ ਮਾਰ ਦਿਓ ਤਾਂ ਜੋ ਕਮਰਾ ਪਵਿੱਤਰ ਹੋ ਜਾਵੇ। ਦੋਸਤੋ ਜਦੋਂ ਕਮਰਾ ਪਵਿੱਤਰ ਹੋ ਜਾਵੇਗਾ
ਤਾਂ ਉਸ ਦਾ ਫਾਇਦਾ ਇਹ ਹੈ ਛਿੱਟਾ ਮਾਰਨ ਦਾ ਕਿ ਕੋਈ ਵੀ ਨਕਾਰਾਤਮਕ ਸ਼ਕਤੀ ਜੋ ਸਾਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦੀ, ਜੋ ਸਾਨੂੰ ਬੰਦਗੀ ਕਰਨ ਵੇਲੇ ਜਾਂ ਇਹ ਫੈਜ਼ ਦੁਆ ਪੜ੍ਹਨ ਵੇਲੇ ਸੋ ਤੁਹਾਨੂੰ ਤੰਗ ਪਰੇਸ਼ਾਨ ਨਾ ਕਰੇ, ਤੁਹਾਨੂੰ ਵਿਘਨ ਨਾ ਪਾਵੇ। ਕਿਉਂਕਿ ਜਦੋਂ ਕੋਈ ਵੀ ਰੱਬ ਦਾ ਨਾਮ ਲੈਂਦਾ ਹੈ ਤਾਂ ਜੋ ਆਪਣੇ ਅੰਦਰੋਂ ਕਿਰਨਾਂ ਪੈਦਾ ਹੁੰਦੀਆਂ, ਐਨਰਜੀ ਇੱਕ ਪੈਦਾ ਹੁੰਦੀ ਹੈ, ਤਾਂ ਉਹ ਐਨਰਜੀ ਉਸ ਕਿਰਨਾਂ ਨਾਲ ਜੋ ਭੂਤ ਪ੍ਰੇਤ ਅਗਰ ਤੁਹਾਡੇ ਘਰ ਵਿੱਚ ਹੋਵੇਗਾ ਤਾਂ ਉਸ ਨੂੰ ਜਲਨ ਮਹਿਸੂਸ ਹੋਵੇਗੀ, ਉਸ ਨੂੰ ਖਿਜੇਗਾ ਉਹ, ਔਰ ਉਹ ਪਾਵਰ ਹੋਵੇਗੀ ਜਿਹੜੀ ਤੁਹਾਨੂੰ ਨਹੀਂ ਦਿਸਦੀ। ਇਹਨਾਂ ਅੱਖਾਂ ਨਾਲ ਭੂਤ ਪ੍ਰੇਤ ਸ਼ੈਤਾਨ ਕੁਛ ਵੀ ਹੋ ਸਕਦਾ, ਸੋ ਉਹ ਤੁਹਾਨੂੰ ਉਠਾਉਣ ਦੀ ਕੋਸ਼ਿਸ਼ ਕਰੇਗਾ, ਤੁਹਾਨੂੰ ਤੁਹਾਡੇ ਸਰੀਰ 'ਤੇ ਭਾਰ ਪਾਏਗਾ, ਤੁਹਾਨੂੰ ਨੀਂਦ ਆਉਣ ਦੀ, ਜੋ ਕਿ ਜ਼ਿਆਦਾ ਇਹ ਦੇਖਿਆ ਜਾਂਦਾ ਕਿ ਉਸ ਨੂੰ ਨੀਂਦ ਆਉਣ ਲੱਗ ਪੈਂਦੀ ਹੈ, ਔਰ ਕਿਸੇ ਬਹਾਨੇ ਨਾਲ ਉਸ ਨੂੰ ਬੰਦਗੀ ਤੋਂ ਇਹ ਭੂਤ ਪ੍ਰੇਤ ਸ਼ੈਤਾਨੀ ਤਾਕਤਾਂ ਉਸ ਨੂੰ ਉਠਾ ਦਿੰਦੀਆਂ ਹਨ। ਪਰ ਤੁਸੀਂ ਐਨ ਦ੍ਰਿੜ ਨਿਸ਼ਚਾ ਕਰਕੇ ਬੈਠਣਾ ਹੈ ਕਮਰੇ ਦੇ ਵਿੱਚ ਸਾਡੇ ਦੱਸੇ ਤਰੀਕੇ ਨਾਲ। ਯੱਲ ਦਾ ਛਿੱਟਾ ਮਾਰੋ 11ਵੀਂ ਵਾਲੀ ਸਰਕਾਰ ਦਾ ਨਾਮ ਲੈ ਕੇ, ਔਰ ਤੁਸੀਂ ਫਿਰ ਬੈਠ ਜਾਓ ਔਰ ਇਸ ਨੂੰ ਕੋਸ਼ਿਸ਼ ਕਰਿਓ ਕਿ ਇਸ ਨੂੰ ਤੁਸੀਂ ਇਸ ਕਲਮੇ ਨੂੰ ਕੰਠ ਕਰ ਲਵੋ, ਜ਼ੁਬਾਨੀ ਯਾਦ ਕਰ ਲਵੋ। ਜ਼ੁਬਾਨੀ ਯਾਦ ਕਰਕੇ ਫਿਰ ਹੀ ਅੰਤਰ ਧਿਆਨ ਹੋ ਸਕਦਾ, ਬੰਦਾ ਫਿਰ ਹੀ ਅੱਖਾਂ ਬੰਦ ਕਰਕੇ ਪੜ੍ਹ ਸਕਦਾ ਹੈ। ਸੋ ਦੋਸਤੋ, ਇਸ ਕਲਮੇ ਦੀ ਪਾਵਰ ਤੁਹਾਨੂੰ 10 ਦਿਨ 11 ਦਿਨ ਜ਼ਿਆਦਾ ਟਾਈਮ ਨਹੀਂ ਲੱਗੇਗਾ, ਤੁਹਾਨੂੰ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ। ਇਹ ਪੀਰਾਂ ਦੇ ਪੀਰ ਅਬਦੁਲ ਕਾਦਰ ਸ਼ਾਹ ਜਿਲਾਨੀ, ਜੋ ਸਰਕਾਰ ਨੇ ਫਰਿਸ਼ਤਿਆਂ ਤੋਂ ਰੂਹਾਂ ਖੋਲੀਆਂ ਸਨ, ਜੇਕਰ ਉਹ ਥੱਪੜ ਮਾਰ ਕੇ ਰੂਹਾਂ ਖੋਹ ਕੇ ਮੁਰਦਿਆਂ 'ਚ ਜਾਨਾਂ ਪਾ ਦਿੰਦੇ ਸਨ, ਐਸਾ ਜੋ ਉਹਨਾਂ ਦਾ ਰੁਤਬਾ ਹੋਇਆ ਹੈ, ਜਿਨ੍ਹਾਂ ਨੇ 12 ਸਾਲ ਡੁੱਬਿਆ ਬੇੜਾ ਰੂੜੀ ਮਾਤਾ ਦਾ ਤਾਰ ਦਿੱਤਾ ਸੀ। ਸੋ ਇਹ ਬਹੁਤ ਹੀ ਵੱਡੀ ਹਸਤੀ ਹੋਏ ਹਨ। ਇਹਨਾਂ ਦੇ ਨਾਨਾ ਜੀ ਮੁਹੰਮਦ ਸਾਹਿਬ ਪੈਗੰਬਰ, ਜੋ ਇਹਨਾਂ ਦੇ ਨਾਨਾ ਸਨ, ਉਹਨਾਂ ਦਾ ਬਚਨ ਹੋਇਆ ਹੈ ਕਿ ਪੀਰਾਂ ਦਾ ਪੀਰ ਜੋ ਕਹਾਇਆ ਹੈ, ਵਲੀਆਂ ਦਾ ਵਲੀ, ਕਿ ਜਿੰਨੇ ਵੀ ਪੀਰ ਫਕੀਰ ਵਲੀ ਹੋਏ ਹਨ ਸਾਰਿਆਂ ਦੇ ਮੋਢੇ ਉੱਤੇ ਸਰਕਾਰ ਦੇ ਕਦਮ ਹੋਣਗੇ। ਸੋ ਕਹਿਣ ਦਾ ਮਤਲਬ ਹੈ ਕਿ ਪੀਰਾਂ ਦਾ ਪੀਰ ਹੈ। ਸੋ ਇਹਨਾਂ ਨਾਲ ਬਹੁਤ ਜ਼ਿਆਦਾ ਪੀਰ ਚੱਲਦੇ ਹਨ, ਬਹੁਤ ਜ਼ਿਆਦਾ ਫਕੀਰ ਪੀਰ ਇਹਨਾਂ ਦੀ ਬੰਦਗੀ ਕਰਕੇ ਹੀ ਪੀਰ ਬਣੇ ਹਨ। 11ਵੀਂ ਵਾਲੀ ਸਰਕਾਰ ਵੱਲੋਂ ਹੀ ਮੋਹਰ ਲਾ ਕੇ ਫਕੀਰਾਂ ਵਾਲੀ ਮੋਹਰ ਲਾਈ ਜਾਂਦੀ ਹੈ। ਸੋ ਉਹ ਤੁਹਾਨੂੰ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਕਿ ਉਦੋਂ ਤੱਕ ਕੋਈ ਫਕੀਰ ਨਹੀਂ ਬਣ ਸਕਦਾ ਜਦੋਂ ਤੱਕ ਲੱਗਦੀ ਮੋਹਰ 11ਵੀਂ ਵਾਲੀ ਸਰਕਾਰ ਦੀ ਨਹੀਂ। ਸੋ 11ਵੀਂ ਵਾਲੀ ਸਰਕਾਰ ਐਸੀ ਸਰਕਾਰ ਹੈ ਜਿਨ੍ਹਾਂ ਨੇ ਆਸ਼ਕਾਂ ਦੇ ਵੀ ਡੁੱਬੇ ਬੇੜੇ ਪਾਰ ਲਾਏ ਸਨ। ਸੋ ਇਹ ਐਸੀ ਸਰਕਾਰ ਹੈ। ਸੋ ਸੋਹਣੀ ਮਹਿਵਾਲ ਦਾ ਜੋ ਕਿੱਸਾ ਤੁਸੀਂ ਸੁਣਿਆ ਹੋਵੇਗਾ, ਉਸ ਵਿੱਚ ਵੀ ਜਦੋਂ ਸੋਹਣੀ ਡੁੱਬਣ ਲੱਗਦੀ ਹੈ ਤਾਂ ਘੜੇ ਨੂੰ, ਜੋ ਕਿ ਰੱਬ ਵੱਲੋਂ ਜ਼ੁਬਾਨ ਮਿਲਦੀ ਹੈ, ਤਾਂ ਘੜਾ ਫਿਰ ਉਸ ਨੂੰ ਕਹਿੰਦਾ ਹੈ ਕਿ 11ਵੀਂ ਵਾਲੀ ਸਰਕਾਰ ਗੋਸ ਪਾਕ ਨੂੰ ਯਾਦ ਕਰ ਲਾ। ਸੋ ਫਿਰ ਸੋਹਣੀ ਉਹਨਾਂ ਨੂੰ ਯਾਦ ਕਰਦੀ ਹੈ ਜੋ ਉਹਨਾਂ ਦੀ ਮਦਾਹ ਪੜ੍ਹਦੀ ਹੈ। ਸੋ ਫਿਰ ਉਹ ਕੱਚੇ ਘਰੇ 'ਤੇ ਵੀ ਤਰ ਜਾਂਦੀ ਹੈ। ਸੋ ਦੋਸਤੋ, ਸੋ ਵੀਡੀਓ ਨੂੰ ਅਸੀਂ ਬਹੁਤਾ ਲੰਬਾ ਨਹੀਂ ਕਰਨਾ। ਜੇਕਰ ਇਸ ਤਰ੍ਹਾਂ ਆਪਾਂ ਇਹ ਕਿੱਸੇ ਦੱਸਣ ਲੱਗ ਪਏ ਤਾਂ ਵੀਡੀਓ ਬਹੁਤ ਲੰਬੀ ਹੋ ਜਾਵੇਗੀ। ਸੋ ਜੋ ਲਾਸਟ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪਰਹੇਜ਼, ਤੁਸੀਂ ਮੀਟ, ਅੰਡਾ, ਸ਼ਰਾਬ ਇਹ ਚੀਜ਼ਾਂ ਨਹੀਂ ਵਰਤਣੀਆਂ, ਔਰ ਆਪਣਾ ਮਨ ਜੋ ਸਾਫ਼ ਰੱਖਣਾ ਹੈ, ਕਿਸੇ ਦਾ ਬੁਰਾ ਨਹੀਂ ਕਰਨਾ, ਸਾਫ਼ ਸੁਥਰੇ ਕੱਪੜੇ ਪਾਉਣੇ ਹੈ, ਕੱਪੜਿਆਂ 'ਤੇ ਇਤਰ ਜਾਂ ਪਰਫਿਊਮ ਪਾ ਲਓ ਥੋੜ੍ਹਾ ਜਿਹਾ, ਔਰ ਫਿਰ ਬੈਠ ਕੇ ਪੜ੍ਹੋ ਇਸ ਨੂੰ ਅੰਤਰ ਧਿਆਨ ਹੋ ਕੇ, ਜ਼ੁਬਾਨੀ ਕੰਠ ਯਾਦ ਕਰਨਾ। ਸੋ ਦੋਸਤੋ, ਤੁਸੀਂ ਜਿਸ ਵਕਤ ਇਸ ਨੂੰ ਪੜ੍ਹਨਾ ਹੈ ਆਪਣੀਆਂ ਅੱਖਾਂ ਸਾਹਮਣੇ ਅੰਤਰ ਧਿਆਨ ਹੋ ਕੇ 11ਵੀਂ ਵਾਲੀ ਸੱਚੀ ਸਰਕਾਰ ਗੋਸ ਪਾਕ ਦਾ ਜੋ ਚਿੱਤਰ ਹੈ, ਉਹਨਾਂ ਦੀ ਤਸਵੀਰ ਹੈ, ਸਾਹਮਣੇ ਲੈ ਆਓ, ਔਰ ਤੁਹਾਡਾ ਮਨ ਇੱਕ ਜਗ੍ਹਾ ਟਿਕ ਜਾਵੇਗਾ, ਔਰ ਫਿਰ ਇਸ ਨੂੰ ਪੜ੍ਹੋ। ਔਰ ਦੋਸਤੋ, ਤੁਹਾਨੂੰ ਸੁਪਨੇ ਦੇ ਵਿੱਚ ਹੀ ਥੋੜ੍ਹੇ ਦਿਨਾਂ 'ਚ ਹੀ ਤੁਹਾਨੂੰ ਅਹਿਸਾਸ ਹੋਣ ਲੱਗ ਜਾਣਗੇ, ਔਰ ਸੁਪਨੇ ਆਉਣੇ ਸ਼ੁਰੂ ਹੋ ਜਾਣਗੇ ਪੀਰਾਂ ਫਕੀਰਾਂ ਦੇ, ਔਰ ਜਿਸ ਵਿੱਚ ਤੁਹਾਨੂੰ, ਜੇਕਰ ਤੁਹਾਡੇ ਘਰ 'ਤੇ ਕੀਤਾ ਕਰਾਇਆ ਹੈ ਤਾਂ ਤੁਹਾਨੂੰ ਭੂਤਾਂ ਪ੍ਰੇਤਾਂ ਵਾਲੇ ਸੁਪਨੇ ਵੀ ਆ ਸਕਦੇ ਹਨ। ਤੁਸੀਂ ਉਸ ਵਿੱਚ ਇਹ ਤੁਹਾਨੂੰ ਦਿਖਾਈ ਦੇਵੇਗਾ ਕਿ ਤੁਸੀਂ ਭੂਤਾਂ ਪ੍ਰੇਤਾਂ ਨੂੰ ਮਾਰਦੇ ਪਏ ਹੋ, ਉਹਨਾਂ ਨਾਲ ਤੁਹਾਡੀ ਲੜਾਈ ਹੋ ਰਹੀ ਹੈ। ਜਿਸ ਤਰ੍ਹਾਂ ਤੁਸੀਂ ਇਹ ਕਲਮਾ ਪੜ੍ਹਦੇ ਜਾਓਗੇ, ਔਰ ਇਸ ਕਲਮੇ ਦੀ ਮਦਦ ਨਾਲ ਤੁਸੀਂ ਘਰ 'ਚੋਂ ਗਰੀਬੀ, ਕੰਗਾਲੀ ਸਾਰਾ ਕੁਝ ਖਤਮ ਕਰ ਸਕਦੇ ਹੋ। ਇੱਕ ਰਾਸਤਾ ਹੈ, ਇਹ ਜੋ ਫੈਜ਼ ਦੁਆ ਸਰਕਾਰ ਤੱਕ ਪਹੁੰਚਣ ਦਾ,
ਉਹਨਾਂ ਦੀ ਸ਼ਕਤੀ, ਉਹਨਾਂ ਦਾ ਫੈਜ਼ ਹਾਸਲ ਕਰਨ ਦਾ ਇੱਕ ਢੰਗ ਹੈ। ਸੋ ਦੋਸਤੋ ਇਸ ਨੂੰ ਪੜ੍ਹੋ। ਸੋ ਇਸ ਤਰ੍ਹਾਂ ਦੇ ਜੋ ਕਲਮੇ ਹੁੰਦੇ ਹਨ ਕੋਈ ਵੀ ਅਪਲੋਡ ਨਹੀਂ ਕਰਦਾ YouTube 'ਤੇ, ਕਿਉਂਕਿ ਜੋ ਕਾਮਲ ਮੁਰਸ਼ਦ ਜਿਨ੍ਹਾਂ ਕੋਲ ਇਹ ਹੁੰਦੇ ਹਨ, ਪਹਿਲੀ ਤਾਂ ਗੱਲ ਉਹ ਜਲਦੀ ਦਿੰਦੇ ਨਹੀਂ ਹਨ। ਸੋ ਅਸੀਂ ਇਹ ਕਿਸੇ ਕਾਮਲ ਮੁਰਸ਼ਦ ਕੋਲੋਂ ਉਹਨਾਂ ਦੀ ਇਜਾਜ਼ਤ ਲੈ ਕੇ ਫਿਰ ਤੁਹਾਨੂੰ ਦੇਣ ਲੱਗੇ ਹਾਂ। ਸੋ ਮਿਹਨਤ ਤੁਹਾਡੀ ਆਪਣੀ ਆਪਣੀ ਹੈ, ਜੋ ਮਿਹਨਤ ਕਰੇਗਾ ਉਸ ਨੂੰ ਫਲ ਜ਼ਰੂਰ ਮਿਲੇਗਾ। ਮਿਹਨਤ ਦੇ ਬੇੜੇ ਪਾਰ ਹਨ, ਜੋ ਮਿਹਨਤ ਕਰਦਾ ਹੈ ਫਲ ਉਹਨਾਂ ਨੂੰ ਮਿਲਦਾ ਹੈ। ਸੋ ਦੋਸਤੋ ਅਸੀਂ ਇਸ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਸਾਡੀ ਆਉਣ ਵਾਲੀ ਕੋਈ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਸੋ ਜੋ ਇਹ ਚੈਨਲ ਬਣਾਇਆ ਗਿਆ ਹੈ, ਸੋ ਬਹੁਤ ਲੋਕ ਦੇਖੇ ਅਸੀਂ ਕਿ ਭੂਤਾਂ ਪ੍ਰੇਤਾਂ ਤੋਂ ਇਸ ਤਰ੍ਹਾਂ ਘਰਾਂ ਵਿੱਚ ਕੀਤਾ ਕਰਾਇਆ ਕਾਲੇ ਇਲਮ ਦੇ ਲੱਛਣ ਹੁੰਦੇ ਹਨ। ਸੋ ਸਰਕਾਰ ਜਿਨ੍ਹਾਂ ਨਾਲ ਕੋਈ ਪਾਵਰ ਖੜ੍ਹ ਜਾਂਦੀ ਹੈ, ਸੋ ਉਹਨਾਂ ਦੇ ਉਹ ਬਚ ਜਾਂਦੇ ਹਨ, ਤਰ ਜਾਂਦੇ ਹਨ। ਸੋ ਇਹ ਸਰਕਾਰ ਦਾ ਰੁਤਬਾ ਬਹੁਤ ਉੱਚਾ ਹੈ, ਗੋਸ ਪਾਕ ਸਰਕਾਰ ਦਾ। ਇਹਨਾਂ ਦਾ ਨਾਮ ਲੈ ਕੇ ਵੀ ਭੂਤ ਪ੍ਰੇਤ ਕੰਬ ਜਾਂਦੇ ਹਨ, ਇਹਨਾਂ ਦਾ ਨਾਮ ਸੁਣ ਕੇ। ਜੇਕਰ ਕੋਈ ਵੀ ਇਸ ਤਰ੍ਹਾਂ ਦਾ ਇਨਸਾਨ ਹੈ ਜਿਸ 'ਤੇ ਕੀਤਾ ਕਰਾਇਆ ਜਾਂ ਕੁਛ ਵੀ ਆ, ਸੋ ਇਹ ਪੜ੍ਹੋ, ਤੁਹਾਨੂੰ ਆਪਣੇ ਆਪ ਹੀ ਹੌਲੀ ਹੌਲੀ ਫਰਕ ਲੱਗਣਾ ਸ਼ੁਰੂ ਹੋ ਜਾਵੇਗਾ, ਤੁਹਾਡਾ ਬਚਾਅ ਹੋਣਾ ਸ਼ੁਰੂ ਹੋ ਜਾਵੇਗਾ। ਸੋ ਅਗਲੀ ਵੀਡੀਓ ਵਿੱਚ ਮਿਲਾਂਗੇ ਦੋਸਤੋ। ਸਲਾਮ। ਜੇਕਰ ਆਪਾਂ ਹੋਰ ਗੱਲਾਂ ਕਰਨ ਲੱਗ ਪਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ। ਸੋ ਅਸੀਂ ਆਸ ਕਰਦੇ ਹਾਂ ਔਰ ਦੁਆ ਕਰਦੇ ਹਾਂ, ਇਹ 11ਵੀਂ ਵਾਲੀ ਸੱਚੀ ਸਰਕਾਰ ਗੌਸ ਪਾਕ ਅਬਦੁਲ ਕਾਦਰ ਸ਼ਾਹ ਜਿਲਾਨੀ, ਜਿਨ੍ਹਾਂ ਨੇ ਵੀ ਇਹ ਵੀਡੀਓ ਸੁਣੀ ਹੈ, ਇਹ ਬੋਲ ਤੁਹਾਡੇ ਬੋਲ ਜਿਨ੍ਹਾਂ ਦੇ ਵੀ ਕੰਨਾਂ ਵਿੱਚ ਪਏ ਹਨ, ਜੋ ਇਹ ਸਤਸੰਗ ਜੋ ਹੋਇਆ ਹੈ, ਜੋ ਵੀ ਇਸ ਨੂੰ ਸੁਣ ਰਿਹਾ ਵੀਡੀਓ ਨੂੰ, ਉਸ 'ਤੇ ਰਹਿਮ ਫਰਮਾ ਔਰ ਜੋ ਵੀ ਇਸ ਕਲਮੇ ਨੂੰ ਪੜ੍ਹੇ ਦਿਲੋਂ ਮਿਹਨਤ ਕਰੇ, ਉਸ 'ਤੇ ਵੀ ਆਪਣੇ ਫੈਜ਼ ਜਾਰੀ ਕਰ, ਉਹ ਵੀ ਕਾਮਯਾਬ ਹੋਵੇ। ਸੋ ਦੋਸਤੋ ਸਲਾਮ, ਮਿਲਾਂਗੇ ਫਿਰ ਅਗਲੀ ਵੀਡੀਓ ਵਿੱਚ। ਇਹ ਆ ਗੌਸ ਪਾਕ ਅਬਦੁਲ ਕਾਦਰ ਸ਼ਾਹ ਜਿਲਾਨੀ, ਮਿਹਰ ਕਰੋ, ਸਭ 'ਤੇ ਰਹਿਮਤਾਂ ਕਰੋ।